ਇਸੇ ਮਨਸ਼ਾ ਨਾਲ ਸਰਕਾਰ ਨੇ ਕਾਨੂੰਨ ਬਣਾਏ ਨੇ ਕਿ ਵੀ ਖੇਤੀ ਅਸੀਂ ਕਾਰਪੋਰੇਟ ਹੱਥਾਂ ਦੇ ਵਿੱਚ ਦੇ ਦਾਂਗੇ, ਤਾਂ ਫਿਰ ਇਹ ਸਰਕਾਰ ਆਖਰ ਦੇ ਵਿੱਚ ਜਾ ਕਿੱਧਰ ਨੂੰ ਰਹੀ ਹੈ? ਮੋਦੀ ਭਾਵੇਂ ਜਿੰਨਾ ਮਰਜ਼ੀ ਕਹੇ ਕਿ 2022 ਤੱਕ 2024 ਤੱਕ ਆਮਦਨ ਦੁੱਗਣੀ ਕਰਨੀ ਹੈ, ਤਾਂ ਦੁੱਗਣੀ ਕਰਨ ਕੋਈ ਜਾਦੂ ਤਾਂ ਹੈ ਨਹੀਂ। ਦੁੱਗਣੀ ਕਰੋਗੇ, ਖੇਤੀਬਾੜੀ ਦੇ ਵਿੱਚ ਪੈਸਾ ਕਿੰਨਾ ਲਾਇਆ? ਜਦੋਂ ਸਾਡੀ GDP ਦਾ 1970 'ਚ 7% ਖਰਚ ਹੁੰਦਾ ਸੀ ਖੇਤੀਬਾੜੀ ਤੇ, ਹੁਣ ਸਾਡੀ GDP ਦਾ 1.5% ਖਰਚ ਹੁੰਦਾ। ਤਾਂ 1.5% ਦਾ ਮਹਿਨਾ ਕੀ ਹੈ ਕਿ 100 ਰੁਪਏ 'ਚੋਂ 2 ਰੁਪਏ ਵੀ ਸਰਕਾਰ ਖੇਤੀਬਾੜੀ ਤੇ ਖਰਚ ਨਹੀਂ ਕਰਦੀ, ਤਾਂ ਆਮਦਨ ਕਿਸ ਤਰ੍ਹਾਂ ਦੁੱਗਣੀ ਹੋਏਗੀ? ਜੋ ਕਿਸਾਨੀ ਦੀ ਬਰਬਾਦੀ ਦਾ ਮੁੱਢ ਬੰਨਿਆ, ਉਹ ਮੁੱਢ ਹਰੀ ਕ੍ਰਾਂਤੀ ਨਹੀਂ ਬੰਨਿਆ। ਉਹ ਉਦੋਂ ਸਾਡੇ ਪੈਸਟੀਸਾਈਡ ਆਇਆ, ਸਾਨੂੰ ਮਸ਼ੀਨਰੀਕਰਨ ਹੋਇਆ ਸਾਡਾ, ਤੇ ਉਸੇ ਦੇ ਚੱਲਦੇ ਹੋਇਆ ਸਾਡੀ ਜਰਖੇਜ਼ ਧਰਤੀ ਬਰਬਾਦ ਹੋਈ। ਨਹੀਂ, ਹਰੀ ਕ੍ਰਾਂਤੀ ਦਾ ਕੁਝ ਪੋਜ਼ਿਟਿਵ ਵੀ ਸੀ। ਜਦੋਂ 1967 ਦੇ ਵੀ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਸਾਰੀ ਪੰਜਾਬ 'ਚ ਖੇਤੀ ਮਾਰੂ ਸੀ। ਮਸ਼ੀਨੀਕਰਨ ਉਦੋਂ ਹੋਇਆ, ਨਵੇਂ ਬੀਜ ਆਏ ਤੇ ਖਾਦਾਂ ਵੀ ਆਈਆਂ, ਦਵਾਈਆਂ ਵੀ ਆਈਆਂ। ਕੁਝ ਸਮਾਂ ਸੀ ਕਿਸਾਨਾਂ ਦੀ ਆਮਦਨ ਵਧੀ, ਪਰ ਕਿਉਂਕਿ ਲਾਗਤ ਖਰਚੇ ਇੰਨੇ ਸੀ, ਉਹਨਾਂ ਲਾਗਤ ਖਰਚੇ ਆ ਜਿਹੜੇ, ਉਹਨਾਂ ਦੀ ਕੀਮਤਾਂ ਤੇ ਸਰਕਾਰ ਨੇ ਰੋਕ ਨਹੀਂ ਲਾਈ। ਕਿਉਂਕਿ MSP ਔਰ ਸਰਕਾਰੀ ਖਰੀਦ ਜਾਰੀ ਹੋਣ ਕਰਕੇ ਕਿਸਾਨ ਇਸ ਗੱਲ ਨੂੰ ਸਮਝਦੇ ਸੀ ਕਿ ਜੇ ਇਸ ਸਿਸਟਮ ਨੂੰ ਡਿਸਟਰੋਏ ਕੀਤਾ, ਤੋੜਿਆ, ਤਾਂ ਇਹ ਖੇਤੀਬਾੜੀ ਦੇ ਬਹੁਤ ਵੱਡਾ ਹਮਲਾ ਹੋਏਗਾ। ਕਿਉਂਕਿ MSP ਦੇ ਸਰਕਾਰੀ ਖਰੀਦ ਦੇ ਹੁੰਦੇ ਹੋਏ ਵੀ ਕਿਸਾਨਾਂ ਦੀ ਜੇਬਾਂ 'ਚ ਬਹੁਤੇ ਪੈਸੇ ਨਹੀਂ ਪੈਂਦੇ। ਕਿਸਾਨ ਫਿਰ ਵੀ ਇੱਥੇ ਕਰਜ਼ਾਈ ਨੇ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਪੰਜਾਬ ਇੱਕ ਖੁਸ਼ਹਾਲ ਸੂਬਾ ਹੈ, ਉਹਦੇ ਪਿਛਲੇ 3 ਸਾਲਾਂ ਤੋਂ ਜੇ ਅੰਕੜੇ ਆਪਾਂ ਦੇਖੀਏ, ਔਸਤਨ 2 ਕਿਸਾਨ ਖੁਦਕੁਸ਼ੀ ਕਰਦੇ ਨੇ। ਕਿ ਜੇਕਰ ਜਦੋਂ ਇਹ ਅੰਦੋਲਨ ਸਮਾਪਤ ਹੋ ਗਿਆ, ਖੇਤੀ ਕਾਨੂੰਨ ਵਾਪਸ ਹੋ ਗਏ, ਉਸ ਤੋਂ ਜਦੋਂ ਵਾਪਸ ਮੁੜ ਕੇ ਆਪਾਂ ਪੰਜਾਬ ਵੱਲ ਆਉਂਦੇ ਹਾਂ, ਪੰਜਾਬ ਦੇ ਵਿੱਚ ਅੱਜ ਵੀ ਤੁਸੀਂ ਬਰਨਾਲਾ, ਸੰਗਰੂਰ, ਬਠਿੰਡਾ ਖੁਦਕੁਸ਼ੀਆਂ ਆਮ ਦੇਖ ਸਕਦੇ ਹੋ। ਇੱਕ ਘਰ ਦੇ ਵਿੱਚ 3-3 ਪੀੜ੍ਹੀਆਂ ਕਿਸਾਨੀ ਦੀਆਂ ਖੁਦਕੁਸ਼ੀ ਕਰਕੇ ਹੁਣ ਕਮਾਉਣ ਵਾਲਾ ਕੋਈ ਨਹੀਂ ਬਚਿਆ। ਉਸ ਤੋਂ ਬਾਅਦ ਖੇਤੀ ਦੀ ਜੋ ਤਰਸਯੋਗ ਹਾਲਤ ਹੈ, ਉਹ ਬਿਹਤਰ ਕਿਵੇਂ ਹੋ ਸਕਦੀ ਹੈ? ਪਹਿਲਾਂ ਤਾਂ ਇਹ 3 ਕਾਨੂੰਨ ਰੱਦ ਹੁੰਦੇ ਨੇ, ਘੱਟੋ ਘੱਟ ਸਾਡੀ ਜ਼ਮੀਨਾਂ ਬਚਣਗੀਆਂ, ਖੇਤੀਬਾੜੀ ਬਚੂਗੀ, ਕਿਸਾਨ ਬਚੇਗਾ, ਉਹਦੇ ਨਾਲ ਮੈਂ ਕਹਾਂਗਾ ਦੇਸ਼ ਬਚੇਗਾ। ਜੇ ਪੰਜਾਬ ਅੱਜ ਉਸ ਦੀ ਧਰਤੀ 'ਚ ਜ਼ਮੀਨ ਦੀ ਰਾਖੀ ਕਰ ਰਿਹਾ, ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਕੋਈ ਉਮੀਦ ਨਹੀਂ, ਸਰਕਾਰਾਂ ਨੇ ਸਾਨੂੰ ਕਾਰਖਾਨੇ 'ਚ ਰੁਜ਼ਗਾਰ ਨਹੀਂ ਦੇਣਾ, ਸਰਕਾਰਾਂ ਨੇ ਕਿਤੇ ਹੋਰ ਰੁਜ਼ਗਾਰ ਨਹੀਂ ਦੇਣਾ। ਜੇ ਪੰਜਾਬ 'ਚ ਹੁੰਦਾ ਤਾਂ ਪੰਜਾਬ ਤੋਂ ਇੰਨੇ ਪੜ੍ਹੇ ਲਿਖੇ ਲੋਕ +2 ਕਰਕੇ, IELTS ਕਰਕੇ, ਉਹ ਕੈਨੇਡਾ, ਅਮਰੀਕਾ, ਇੰਗਲੈਂਡ ਕਿਉਂ ਭੱਜਣੇ ਇੱਥੋਂ? ਸੈਂਟਰ ਸਰਕਾਰ ਕਹਿੰਦਾ ਕਿ ਅਸੀਂ ਸਿੱਧੀ ਅਦਾਇਗੀ ਲਈ ਵਚਨਬੱਧ ਹਾਂ ਤੇ ਕਰਾਂਗੇ। ਦੂਜੇ ਪਾਸੇ ਪੰਜਾਬ ਸਰਕਾਰ ਨੂੰ ਉਹਨੇ ਸਖਤ ਤਾੜਨਾ ਵੀ ਕੀਤੀ ਹੈ ਕਿ ਤੁਸੀਂ ਸਿੱਧੀ ਅਦਾਇਗੀ ਕਰੋ। ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਦੇਖੋ, ਇਸ ਮੌਕੇ ਜਦੋਂ ਉਹਨਾਂ ਨੇ ਆਦੇਸ਼ ਜਾਰੀ ਕੀਤਾ, ਇਸ ਮੌਕੇ ਅੰਦੋਲਨ ਨੂੰ ਮੁੱਖ ਰੱਖ ਕੇ ਕੀਤਾ। ਉਹ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਉਹ ਪੰਜਾਬ ਦੇ ਜੋ ਲੋਕ ਲੈ ਕੇ ਮਜ਼ਦੂਰ ਤੋਂ ਵਪਾਰੀ ਤੱਕ, ਆੜ੍ਹਤੀ ਤੱਕ, ਜਿਹੜੇ ਬਿਲਕੁਲ ਅੱਜ ਯੂਨਾਈਟਡ ਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ, ਕਿਉਂਕਿ ਆੜ੍ਹਤੀ ਵੀ ਸਮਝਦਾ ਹੈ ਜੇ ਸਰਕਾਰੀ ਮੰਡੀਆਂ ਨਾ ਰਹੀਆਂ ਤਾਂ ਆੜ੍ਹਤੀ ਵੀ ਖਤਮ ਹੋ ਗਏ, ਮਜ਼ਦੂਰ ਵੀ ਖਤਮ ਹੋ ਗਏ। ਇਸ ਲਈ ਐਡਾ ਵੱਡਾ ਜਿਹੜਾ ਏਕਾ ਬਣਿਆ ਬੇਮਿਸਾਲ, ਸਰਕਾਰ ਇਸ ਨੂੰ ਤੋੜਨਾ ਚਾਹੁੰਦੀ ਹੈ। ਪੰਜਾਬੀ ਡਾਕ TV ਦੇਖ ਰਹੇ ਸਾਰੇ ਸਰੋਤਿਆਂ ਦਾ ਇਸਤਕਬਾਲ। ਮੈਂ ਗੁਰਜਿੰਦਰ ਸਿੰਘ ਭੰਗੂ ਤੁਹਾਡਾ ਸਵਾਗਤ ਕਰਦਾ। ਦਰਸ਼ਕੋ, ਕਿਸਾਨੀ ਮਸਲੇ ਬਾਰੇ ਤੁਸੀਂ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਹੋ। ਕਿਸਾਨੀ ਮਸਲਾ ਆਪਣੇ ਸਿਖਰ ਉੱਤੇ, ਆਪਣੇ ਜੋਬਨ ਉੱਤੇ ਹੈ। ਕਿਸਾਨ ਉਹੀ ਲੜਾਈ ਲੜ ਰਹੇ ਨੇ ਹੁਣ ਵੀ, ਜੋ ਲੜਾਈ ਅੱਜ ਤੋਂ 5 ਮਹੀਨੇ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਈ ਸੀ। 5 ਜੂਨ ਨੂੰ ਜਦੋਂ ਇਹ ਆਰਡੀਨੈਂਸ ਆਏ ਸੀ, ਫਿਰ ਰਾਸ਼ਟਰਪਤੀ ਨੇ ਸਾਈਨ ਕੀਤੇ ਤਾਂ ਕਾਨੂੰਨ ਬਣ ਗਏ। ਉਦੋਂ ਤੋਂ ਲੈ ਕੇ ਕਿਸਾਨ ਲੜਾਈ ਲੜ ਰਹੇ ਨੇ। ਕਿਸਾਨਾਂ ਦਾ ਕਹਿਣਾ ਕਿ ਜੇਕਰ ਇਹ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਇਹ ਪੰਜਾਬ ਦੀ ਕਿਸਾਨੀ ਦੇ, ਪੰਜਾਬ ਦੇ ਡੈਥ ਵਾਰੰਟ ਹੋਣਗੇ। ਪੰਜਾਬ ਦੀ ਹੋਣੀ, ਪੰਜਾਬ ਦੀ ਤਸਵੀਰ ਇੱਕ ਵਾਰ ਫਿਰ ਤੋਂ ਲਿਖੀ ਜਾਊਗੀ, ਕਿਉਂਕਿ ਪੰਜਾਬ ਖੇਤੀ 'ਤੇ ਨਿਰਭਰ ਕਰਦਾ। ਉਹ ਖੇਤੀ ਜਿਹਨੂੰ ਕਾਰਪੋਰੇਟ ਹਾਊਸ ਆਪਣੇ ਹੱਥਾਂ ਦੇ ਵਿੱਚ ਕਰਨਾ ਚਾਹੁੰਦੇ ਨੇ। ਲਗਾਤਾਰ ਕਿਸਾਨ ਲੜਾਈ ਲੜ ਰਹੇ ਨੇ ਤੇ ਅਸੀਂ ਕਿਸਾਨ ਆਗੂਆਂ ਨੂੰ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਕਿ ਕਿਸਾਨ ਕੀ ਇਸ ਮਸਲੇ ਦੇ ਵਿਚਾਰ ਰੱਖਦੇ ਨੇ। 5 ਮਹੀਨੇ ਪਹਿਲਾਂ ਕੀ ਵਿਚਾਰ ਸੀ, ਅੱਜ ਉਹਨਾਂ ਦਾ ਇਸ ਅੰਦੋਲਨ ਨੂੰ ਲੈ ਕੇ ਵਿਜ਼ਨ ਕੀ ਹੈ। ਅੱਜ ਸਾਡੇ ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲ ਪ੍ਰੇਮ ਸਿੰਘ ਭੰਗੂ ਨੇ। ਪ੍ਰੇਮ ਸਿੰਘ ਭੰਗੂ ਨੂੰ ਤੁਸੀਂ ਜਾਣਦੇ ਹੋ, ਲਗਾਤਾਰ ਸੋਸ਼ਲ ਮੀਡੀਆ ਜ਼ਰੀਏ, ਅਖਬਾਰਾਂ ਜ਼ਰੀਏ, ਖਾਸ ਕਰਕੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹ ਆਪਣੇ ਆਰਟੀਕਲ ਲਿਖਦੇ ਨੇ। ਤਾਂ ਹਰ ਇੱਕ ਦੀ ਤਮੰਨਾ ਹੁੰਦੀ ਹੈ ਕਿ ਯਾਰ ਅਸੀਂ ਪੜ੍ਹ ਕੇ ਅਪਡੇਟ ਜਾਣੀਏ ਕੀ ਉਹਨਾਂ ਨੇ ਲਿਖਿਆ। ਅੱਜ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭੰਗੂ ਸਾਹਿਬ ਦਾ ਸਵਾਗਤ ਕਰਦੇ ਹਾਂ। ਭੰਗੂ ਸਾਹਿਬ, ਤੁਹਾਡਾ ਜੀ ਸਵਾਗਤ ਹੈ ਚੈਨਲ ਪੰਜਾਬੀ ਡਾਕ 'ਤੇ ਜੀ। ਬਹੁਤ ਬਹੁਤ ਧੰਨਵਾਦ ਜੀ।
ਪੰਗੂ ਸਾਹਿਬ, ਤੁਸੀਂ ਹੁਣ ਇਸ ਕਿਸਾਨੀ ਮਸਲੇ ਨੂੰ ਕਿਵੇਂ ਦੇਖਦੇ ਹੋ? ਕਿਉਂਕਿ 5 ਤੋਂ 6 ਮਹੀਨੇ ਦਾ ਸਮਾਂ ਹੋ ਗਿਆ। ਪਹਿਲਾਂ ਅੰਦੋਲਨ ਪੰਜਾਬ ਦੇ ਵਿੱਚ ਲੜਿਆ ਜਾ ਰਿਹਾ ਸੀ, ਹੁਣ ਅੰਦੋਲਨ ਲੜਿਆ ਜਾ ਰਿਹਾ ਦਿੱਲੀ ਦੇ ਵਿੱਚ। ਕਿਤੇ ਨਾ ਕਿਤੇ ਅੰਦੋਲਨ ਲੰਮਾ ਪੈਂਦਾ ਵੀ ਜਾ ਰਿਹਾ। ਤੇ ਜੇਕਰ ਗੱਲ ਕੀਤੀ ਜਾਵੇ ਜਦੋਂ 5 ਮਹੀਨੇ ਤੋਂ ਲੈ ਕੇ ਹੁਣ ਤੱਕ ਦੀ, ਤਾਂ ਤੁਹਾਡੀ ਸੋਚ ਦੇ ਵਿੱਚ ਕੀ ਬਦਲਾਅ ਆਇਆ ਖੇਤੀ ਕਾਨੂੰਨਾਂ ਲੈ ਕੇ? ਦੇਖੋ, ਅੰਦੋਲਨ ਜਿਵੇਂ ਤੁਸੀਂ ਦੱਸਿਆ, ਜਦੋਂ ਆਰਡੀਨੈਂਸ ਜਾਰੀ ਹੋਏ 5 ਜੂਨ ਨੂੰ, ਇਹ ਪੰਜਾਬ ਦੇ ਸੂਝਵਾਨ ਕਿਸਾਨ ਸਨ, ਜਿਹੜੇ ਮੈਂ ਸਮਝਦਾ ਵੀ ਬਹੁਤ ਚੇਤਨ ਹੈ ਔਰ ਬੜੀ ਜਾਗਰਤੀ ਹੈ ਇਹਨਾਂ ਦੇ ਵਿੱਚ। ਉਹ ਇਸ ਕਰਕੇ ਹੈ ਵੀ ਪੰਜਾਬ ਖੇਤੀਬਾੜੀ ਲਈ ਇੱਕ ਬਹੁਤ ਹੀ ਅੱਗੇ ਵਧੂ ਸੂਬਾ ਸੀ। ਔਰ ਦੂਜਾ, ਪੰਜਾਬ ਦੇ ਵਿੱਚ ਹਰਾ ਇਨਕਲਾਬ ਆਉਣ ਤੋਂ ਬਾਅਦ ਇੱਥੇ MSP ਔਰ ਸਰਕਾਰੀ ਖਰੀਦ ਹੈ, ਇਹ ਪੰਜਾਬ ਤੇ ਹਰਿਆਣੇ ਦੇ ਵਿੱਚ ਸੀ, ਬਾਕੀ ਦੇਸ਼ ਦੇ ਵਿੱਚ ਕਿਤੇ ਨਹੀਂ ਸੀ। ਜਦੋਂ ਇਹ ਕਾਨੂੰਨ ਆਏ, ਆਰਡੀਨੈਂਸ ਆਇਆ, ਤਾਂ ਪੰਜਾਬ ਦੇ ਕਿਸਾਨਾਂ ਨੇ, ਪੰਜਾਬ ਦੇ ਆਗੂਆਂ ਨੇ, ਜਿਹੜੇ ਪਹਿਲਾਂ ਚੇਤਨ ਸਨ, ਉਹਨਾਂ ਨੇ ਇਹਨੂੰ ਪੜ੍ਹਿਆ ਔਰ ਪੜ੍ਹ ਕੇ ਭਾਂਪਿਆ ਕਿ ਕਾਨੂੰਨ ਇੱਕ ਬਹੁਤ ਜਿਹੜੀ ਰਣਨੀਤੀ, ਇੱਕ ਬਹੁਤ ਜਿਹੜੀ ਖੇਤੀਬਾੜੀ ਦੇ ਵਿਰੁੱਧ, ਕਿਸਾਨੀ ਦੇ ਵਿਰੁੱਧ ਪਾਲਿਸੀ ਹੈ ਸਰਕਾਰਾਂ ਦੀ, ਉਹ ਸਾਡੇ ਦੇਸ਼ 'ਚ ਵੀ ਔਰ ਵਿਦੇਸ਼ 'ਚ ਵੀ ਉਹਦੇ ਤਹਿਤ ਲੈਂਦੇ ਜਾ ਰਹੇ ਨੇ। ਉਹ ਪਾਲਿਸੀ ਕੀ ਸੀ ਕਿ ਵਿਸ਼ਵ ਵਪਾਰ ਆਰਗੇਨਾਈਜੇਸ਼ਨ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਹ 1995 ਦੇ ਵਿੱਚ ਬਣੀ ਸੀ ਔਰ ਸਾਡਾ ਦੇਸ਼ ਉਦੋਂ ਇਸ ਦਾ ਮੈਂਬਰ ਬਣਿਆ ਸੀ। ਜਿਹੜੇ ਵੀ ਦੇਸ਼ ਇਹਦੇ ਮੈਂਬਰ ਬਣੇ, ਉਹਨਾਂ ਦੇ ਉੱਪਰ ਕੁਝ ਸ਼ਰਤਾਂ ਨੇ ਜਿਹੜੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਲਾਉਂਦੀ ਹੈ। ਪਹਿਲੀ ਸ਼ਰਤ ਤਾਂ ਇਹ ਹੈ ਕਿ ਖੁੱਲ੍ਹੀ ਮੰਡੀ ਹੋਈ, ਖੁੱਲ੍ਹਾ ਵਪਾਰ ਹੋਏਗਾ। ਨੰਬਰ 2 ਇਹ ਹੈ, ਉਹਨਾਂ ਥਾਵਾਂ ਦੇ ਉੱਪਰ ਨਾ ਕੋਈ ਸਰਕਾਰੀ ਖਰੀਦ ਹੋਏਗੀ, ਨਾ ਕੋਈ ਜਿਹੜਾ ਜਿਣਸਾਂ ਦਾ ਸਰਕਾਰੀ ਮੁੱਲ ਹੋਏਗਾ, ਤਾਂ ਕਿ ਪ੍ਰਾਈਵੇਟ ਪਲੇਅਰਸ ਨੂੰ, ਪ੍ਰਾਈਵੇਟ ਟਰੇਡਰਸ ਨੂੰ ਔਰ ਕਿਸਾਨਾਂ ਨੂੰ ਵੀ ਖੁੱਲ੍ਹੀ ਮੰਡੀ 'ਚ ਕੰਪੀਟ ਕਰਨ ਦਾ ਬਿਲਕੁਲ ਅਪਰਚੁਨਿਟੀ ਦਿੱਤੀ ਜਾਏ। ਉਹਨਾਂ ਦੀ ਸੋਚ ਇਹ ਸੀ ਵੀ ਜੇ ਇਸ ਤਰ੍ਹਾਂ ਹੋਏਗਾ ਨਾ, ਤਾਂ ਕਿਸਾਨ ਹੈ ਜਿਹੜੇ, ਉਹਨਾਂ ਦੀ ਆਮਦਨ ਵੀ ਵਧੂਗੀ, ਕਿਸਾਨਾਂ ਨੂੰ ਬਹੁਤਾ ਬੈਨੀਫਿਟ ਵੀ ਹੋਏਗਾ। ਇਸ ਪਾਲਿਸੀ ਦੇ ਤਹਿਤ ਇਹ ਸਰਕਾਰ ਨੇ ਜਿਹੜੇ ਕਾਨੂੰਨ ਬਣਾਏ ਸੀ, ਆਰਡੀਨੈਂਸ ਲਿਆਂਦੇ ਸੀ। ਪਰ ਪੰਜਾਬ ਦੇ ਅੰਦਰ ਕਿਉਂਕਿ MSP ਔਰ ਸਰਕਾਰੀ ਖਰੀਦ ਜਾਰੀ ਹੋਣ ਕਰਕੇ ਕਿਸਾਨ ਹੈ ਇਸ ਗੱਲ ਨੂੰ ਸਮਝਦੇ ਸੀ ਕਿ ਜੇ ਇਸ ਸਿਸਟਮ ਨੂੰ ਡਿਸਟਰੋਏ ਕੀਤਾ, ਤੋੜਿਆ, ਤਾਂ ਇਹ ਖੇਤੀਬਾੜੀ 'ਤੇ ਬਹੁਤ ਵੱਡਾ ਹਮਲਾ ਹੋਏਗਾ। ਕਿਉਂਕਿ MSP ਦੇ ਸਰਕਾਰੀ ਖਰੀਦ ਦੇ ਹੁੰਦੇ ਹੋਏ ਵੀ ਕਿਸਾਨਾਂ ਦੀ ਜੇਬਾਂ 'ਚ ਬਹੁਤੇ ਪੈਸੇ ਨਹੀਂ ਪੈਂਦੇ। ਕਿਸਾਨ ਫਿਰ ਵੀ ਇੱਥੇ ਕਰਜ਼ਾਈ ਨੇ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਪੰਜਾਬ ਇੱਕ ਖੁਸ਼ਹਾਲ ਸੂਬਾ ਹੈ, ਉਹਦੇ ਪਿਛਲੇ 3 ਸਾਲਾਂ ਤੋਂ ਜੇ ਅੰਕੜੇ ਆਪਾਂ ਦੇਖੀਏ, ਔਸਤਨ 2 ਕਿਸਾਨ ਖੁਦਕੁਸ਼ੀ ਕਰਦੇ ਨੇ। ਜੇ ਪੰਜਾਬ ਪ੍ਰੋਸਪੈਰਸ ਸਟੇਟ ਉਹਦੇ ਵਿੱਚ ਕਰਦੇ ਨੇ, ਤਾਂ ਦੇਸ਼ ਦਾ ਅੰਦਾਜ਼ਾ ਲਾਓ। ਦੇਸ਼ ਦੇ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਅੱਜ 4 ਲੱਖ ਦਾ ਅੰਕੜਾ ਕਿ 5 ਲੱਖ ਵੀ ਕ੍ਰਾਸ ਕਰ ਰਹੀ ਹੈ। ਸੋ ਜੇ ਉਸ ਨੀਤੀ ਦੇ ਹੁੰਦੇ ਹੋਏ ਵੀ ਜਿਹੜੇ ਕਿਸਾਨਾਂ 'ਚ ਖੁਸ਼ਹਾਲੀ ਨਹੀਂ ਸੀ, ਜਦੋਂ ਉਸ ਨੂੰ ਖਤਮ ਕਰਨਾ ਤਾਂ ਬਰਬਾਦੀ ਦਾ ਅੰਦਾਜ਼ਾ ਆਪੇ ਲਾਓ। ਫਿਰ ਤਾਂ ਜਿਹੜਾ ਪ੍ਰਾਈਵੇਟ ਸੈਕਟਰ ਹੈ, ਕਾਰਪੋਰੇਟ ਘਰਾਣੇ ਨੇ, ਪ੍ਰਾਈਵੇਟ ਟਰੇਡਰ ਨੇ, ਉਹ ਤਾਂ ਆਪਣੇ ਭਾਅ ਫਿਰ ਹਰ ਚੀਜ਼ ਨੂੰ ਲੁੱਟਣਗੇ। ਉਹਦਾ ਨਾ ਕੋਈ, ਜਦੋਂ ਡਿਮਾਂਡ ਔਰ ਸਪਲਾਈ ਦੀ ਨੀਤੀ ਹੈ, ਜੇ ਚੀਜ਼ਾਂ ਦੀ ਲੋੜ ਜ਼ਿਆਦਾ ਹੈ ਤਾਂ ਉਹ ਘੱਟ ਸਿੱਟਣਗੇ। ਇਸ ਤਰ੍ਹਾਂ ਕੰਟਰੋਲ ਕਰਨਗੇ ਇਕੋਨਮੀ ਨੂੰ। ਔਰ ਖੇਤੀਬਾੜੀ ਜਿਹੜਾ ਮੈਂ ਕਹਾਂਗਾ ਵੀ ਬਹੁਤ ਹੀ ਕੀ ਖੇਤਰ ਹੈ, ਕੁੰਜੀਵਰ ਖੇਤਰ ਹੈ ਸਾਡੇ ਅਰਥਚਾਰੇ ਦਾ। ਜੇ ਖੇਤੀਬਾੜੀ ਨੂੰ ਇਸ ਤਰ੍ਹਾਂ ਤੁਸੀਂ ਇਹਦੇ ਉੱਪਰੋਂ ਕਾਨੂੰਨ ਲਾਗੂ ਕਰੋਗੇ ਤਾਂ ਖੇਤੀਬਾੜੀ ਨੇ ਬਰਬਾਦ ਹੋਣਾ ਹੈ, ਕਿਸਾਨੀ ਨੇ ਬਰਬਾਦ ਹੋਣਾ ਹੈ। ਇਸ ਮੱਦੇ ਨਜ਼ਰ ਅਸੀਂ ਉਹਨਾਂ ਆਰਡੀਨੈਂਸ ਨੂੰ ਸਮਝਿਆ ਸੀ ਕਿ ਆਰਡੀਨੈਂਸ ਉਹਨਾਂ ਸੰਸਥਾਵਾਂ ਨੂੰ, ਉਹਨਾਂ ਕਾਰਪੋਰੇਟ ਘਰਾਣਿਆਂ ਨੂੰ, ਉਹਨਾਂ ਮਲਟੀਨੈਸ਼ਨਲ ਕੰਪਨੀਜ਼ ਨੂੰ ਖੇਤੀਬਾੜੀ ਦਾ ਖੇਤਰ ਉਹਨਾਂ ਦੇ ਹਵਾਲੇ ਕਰਨ ਦੇ ਕਾਨੂੰਨ ਹੈ। ਔਰ ਇਹ ਹਵਾਲੇ ਕਰਦੇ ਆ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਛੋਟੇ ਕਿਸਾਨ ਨੇ, 2 ਤੋਂ 5 ਏਕੜ ਦੀ ਮਾਲਕੀ ਵਾਲੇ, ਉਹ ਇਸ ਕਿੱਤੇ ਤੋਂ ਬਾਹਰ ਹੋ ਜਾਣਗੇ। ਤਾਂ ਉਹਨਾਂ ਨੂੰ ਮੁਤਬਾਦਲ ਰੁਜ਼ਗਾਰ ਕਿੱਥੇ ਮਿਲੇਗਾ? ਰੁਜ਼ਗਾਰ ਤਾਂ ਪਹਿਲਾਂ ਹੀ ਨਹੀਂ। ਰੁਜ਼ਗਾਰ ਦੇ ਸਾਧਨ ਤਾਂ ਸਰਕਾਰ ਨੇ ਖਤਮ ਕਰ ਦਿੱਤੇ ਆ। ਸਰਕਾਰੀ ਅਦਾਰੇ ਬੰਦ ਨੇ, ਨਵੀਆਂ ਇੰਪਲਾਇਮੈਂਟਸ ਨਹੀਂ, ਨਵੇਂ ਰੁਜ਼ਗਾਰ ਦੇ ਸਾਧਨ ਕ੍ਰੀਏਟ ਨਹੀਂ ਹੋ ਰਹੇ। ਜੇ ਖੇਤੀਬਾੜੀ ਇੱਕ ਐਸਾ ਖੇਤਰ ਹੈ ਜਿਹੜਾ ਸੋਰਸ ਆਫ ਇੰਪਲਾਇਮੈਂਟ ਹੈ, ਬਹੁਤ ਵੱਡੇ ਲੋਕਾਂ ਨੂੰ ਕਾਰੋਬਾਰ ਵੀ, ਰੁਜ਼ਗਾਰ ਵੀ ਦੇ ਰਿਹਾ, ਜਿਹਨੂੰ ਨੌਕਰੀ ਨਹੀਂ ਮਿਲਦੀਆਂ, ਤਾਂ ਉਹਨਾਂ ਨੂੰ ਜੇ ਕੱਢ ਕੇ ਤੁਸੀਂ ਕੁਝ ਮੁੱਠੀ ਭਰ ਘਰਾਣੇ ਦੇ ਹਵਾਲੇ ਕਰੋਗੇ ਤਾਂ ਅਨਾਜ ਦਾ ਵੀ ਸੰਕਟ ਆਉਣਾ ਹੈ, ਕਿਸਾਨਾਂ ਦੇ ਉੱਪਰ ਵੀ ਮਾਰ ਪੈਣੀ ਹੈ, ਤਾਂ ਰੁਜ਼ਗਾਰ ਦੀ ਵੀ ਗੰਭੀਰ ਸਮੱਸਿਆ ਪੈਦਾ ਹੋਣੀ ਹੈ। ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਪਹਿਲਾਂ ਇਹ ਸਾਰੇ ਦੇਸ਼ 'ਚ ਇਸ ਗੱਲ ਦਾ ਢੰਡੋਰਾ ਦਿੱਤਾ, ਇਸ ਗੱਲ ਦਾ ਹੋਕਾ ਦਿੱਤਾ ਕਿ ਕਾਨੂੰਨ ਆਏ ਨੇ, ਆਰਡੀਨੈਂਸ ਆਏ, ਕਾਨੂੰਨ ਬਣਨ ਜਾ ਰਹੇ ਹੈ, ਤਾਂ ਇਹਨਾਂ ਦਾ ਵਿਰੋਧ ਕਰੀਏ, ਖੇਤੀਬਾੜੀ ਨੂੰ ਬਚਾਈਏ। ਜੇ ਖੇਤੀਬਾੜੀ ਬਚੂਗੀ ਤਾਂ ਹੀ ਸਾਡਾ ਅਰਥਚਾਰਾ ਬਚੇਗਾ, ਨਹੀਂ ਤਾਂ ਵਿਦੇਸ਼ਾਂ ਵਾਲੀ ਹਾਲਤ ਹੋਏਗੀ। ਜਿੱਥੇ ਵਿਦੇਸ਼ਾਂ ਦੇ ਵਿੱਚ ਅੱਜ ਤੋਂ 40-50 ਸਾਲ ਪਹਿਲਾਂ
ਇਹ ਖੇਤੀਬਾੜੀ ਸੁਧਾਰਾਂ ਦੇ ਨਾਂ ਥੱਲੇ ਇਹ ਕਾਨੂੰਨ ਲਾਗੂ ਕਰਤੇ ਸੀ। ਉੱਥੇ ਹਾਲਤ ਇਹ ਹੋਈ ਵੀ ਅੱਜ 5% ਹੀ ਲੋਕ ਨੇ ਜਿਹੜੇ ਖੇਤੀਬਾੜੀ ਦੇ ਵਿੱਚ ਨੇ, ਬਾਕੀ ਸਾਰੇ ਖੇਤੀਬਾੜੀ ਛੱਡ ਕੇ ਚਲੇ ਗਏ। ਸਾਡਾ ਦੇਸ਼ ਜਿਹੜਾ ਗਰੀਬ ਦੇਸ਼ ਹੈ, ਖੇਤੀਬਾੜੀ ਪ੍ਰਧਾਨ ਦੇਸ਼ ਹੈ, ਇਹਦੇ ਵਿੱਚ 70 ਤੋਂ 80% ਲੋਕ ਨੇ ਉਹ ਸਿੱਧੇ ਔਰ ਅਸਿੱਧੇ ਖੇਤੀਬਾੜੀ ਦੇ ਉੱਪਰ ਨਿਰਭਰ ਨੇ। ਸੋ ਇੱਥੇ ਖੇਤੀਬਾੜੀ ਨੂੰ ਬਰਬਾਦ ਕਰਨਾ ਜਿਹੜਾ ਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰਨਾ ਹੈ, ਲੋਕਾਂ ਨੂੰ ਮਾਰਨਾ ਹੈ। ਇਸ ਲਈ ਅਸੀਂ ਕਿਹਾ ਸੀ ਵੀ ਇਹ ਖੇਤੀਬਾੜੀ ਜਿਹੜੇ ਕਾਨੂੰਨ ਲੈ ਕੇ ਆਏ ਇਹ ਕਿਸਾਨਾਂ ਦੇ ਮੌਤ ਦੇ ਫਰੰਟ ਨੇ। ਇੱਕ ਪਾਸੇ ਸਰਕਾਰ ਦਾ ਕਹਿਣਾ ਕਿ ਜੋ ਇਹ ਖੇਤੀ ਲਾਅ ਅਸੀਂ ਬਣਾਏ ਨੇ, ਤਿੰਨੋਂ ਕਾਨੂੰਨ ਨੇ, ਹਾਲਾਂਕਿ ਦੋ ਉਹਨਾਂ ਨੇ ਕ੍ਰੀਏਟ ਕੀਤੇ ਨੇ, ਜੋ ਤੀਜਾ ਕਾਨੂੰਨ ਹੈ 1955 ਵਾਲਾ, ਉਹਦੇ ਵਿੱਚ ਅਮੈਂਡਮੈਂਟ ਕੀਤੀ ਹੈ, ਸੋਧ ਕੀਤੀ ਹੈ, 2 ਕਾਨੂੰਨ ਨਵੇਂ ਨੇ। ਸਰਕਾਰ ਦਾ ਕਹਿਣਾ ਕਿ ਵੀ ਇਹ ਕਾਨੂੰਨ ਲਾਹੇਵੰਦ ਨੇ, ਆਮਦਨੀ ਦੁੱਗਣੀ ਕਰਾਂਗੇ। ਅਸੀਂ ਬਾਰ-ਬਾਰ PM ਦਾ ਬਿਆਨ ਸੁਣ ਚੁੱਕੇ ਹਾਂ, ਤੇ ਕਿਸਾਨ ਲੜਾਈ ਲੜ ਰਹੇ ਨੇ ਕਿ ਸਾਨੂੰ ਇਹ ਤਬਾਹ ਕਰ ਦੇਣਗੇ। ਜੇਕਰ ਸਰਕਾਰ ਇਸੇ ਮਨਸ਼ਾ ਨਾਲ ਸਰਕਾਰ ਨੇ ਕਾਨੂੰਨ ਬਣਾਏ ਨੇ ਕਿ ਵੀ ਖੇਤੀ ਅਸੀਂ ਕਾਰਪੋਰੇਟ ਹੱਥਾਂ ਦੇ ਵਿੱਚ ਦੇ ਦਾਂਗੇ, ਤਾਂ ਫਿਰ ਇਹ ਸਰਕਾਰ ਆਖਰ ਦੇ ਵਿੱਚ ਜਾ ਕਿੱਧਰ ਨੂੰ ਰਹੀ ਹੈ? ਦੇਖੋ, ਆਮਦਨੀ ਦੁੱਗਣੀ ਕਰਨ ਪਿੱਛੇ ਕੀ ਹੈ? ਆਮਦਨੀ ਦੁੱਗਣੀ ਕਿਵੇਂ ਹੁੰਦੀ ਹੈ? ਜਿਹੜੀਆਂ ਜਨਸਾਂ ਫਸਲਾਂ ਅਸੀਂ ਪੈਦਾ ਕਰਦੇ ਹਾਂ ਉਹਨਾਂ ਦਾ ਭਾਅ ਸਾਨੂੰ ਇੰਨਾ ਉੱਚਾ ਮਿਲੇ ਵੀ ਸਾਡੀਆਂ ਜਿਹੜੀਆਂ ਲਾਗਤ ਕੀਮਤਾਂ ਉਹਨਾਂ ਦੇ ਵਿੱਚ ਸਾਨੂੰ 50% ਮੁਨਾਫਾ ਹੈ, ਉਸ ਤੋਂ ਉੱਪਰ ਮੁਨਾਫਾ ਹੋਵੇ। ਤਾਂ ਹੁਣ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਅੰਕੜੇ ਦੇਖੋ। ਇੱਕ ਸਾਡੀ ਸਿੰਘੂ ਬਾਰਡਰ ਤੋਂ 4 ਦਿਨ ਪਹਿਲਾਂ ਇੱਕ ਕਿਤਾਬ ਰਿਲੀਜ਼ ਕੀਤੀ, ਸਾਡੇ ਚੰਡੀਗੜ੍ਹ ਹਾਈ ਕੋਰਟ ਤੋਂ ਵਕੀਲ ਨੇ ਲਿਖੀ। ਤਾਂ ਉਹਨਾਂ ਨੇ ਇੱਕ ਕੰਪੈਰੇਟਿਵ ਸਟੱਡੀ ਕੀਤੀ ਵੀ ਜਦੋਂ ਦਾ 2009 ਤੋਂ 2013 ਤੱਕ ਉਹਨਾਂ ਨੇ ਸਟੱਡੀ ਕੀਤਾ, ਸਾਰੀਆਂ ਕਿਸਾਨੀ ਏਜੰਟਸਾਂ ਉਹਨਾਂ ਦੀ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ ਕੀ ਨਿਯਤ ਕੀਤਾ ਹੈ ਤੇ ਉਹਨਾਂ ਦੇ ਉੱਪਰ ਪਰ ਕੁਇੰਟਲ ਲਾਗਤ ਕੀ ਆਈ ਹੈ। 400 ਤੋਂ ਲੈ ਕੇ 500 ਰੁਪਏ ਤੱਕ ਅੰਤਰ ਹੈ ਉਹਦੇ ਵਿੱਚ। ਜੇ ਸਾਨੂੰ ਸਾਡੇ ਜਿਹੜੇ ਲਾਗਤ ਖਰਚੇ ਵੀ ਨਹੀਂ ਮਿਲਦੇ, ਉਹਨਾਂ ਤੋਂ ਵੀ ਥੱਲੇ 400 ਰੁਪਏ ਕੁਇੰਟਲ ਘੱਟ ਸਾਨੂੰ ਭਾਅ ਮਿਲਦਾ ਹੈ, ਤਾਂ ਫਿਰ ਕਿਸਾਨ ਨੇ ਤਾਂ ਮਰਨਾ ਹੈ। ਕਿਸਾਨ ਬਚੂਗਾ ਕਿਸ ਤਰ੍ਹਾਂ ਫਿਰ? ਸੋ ਇਹ ਬੜਾ ਵੱਡਾ ਇਸ ਦੇ ਵਿੱਚ ਫਰਕ ਸੀ। ਮੋਦੀ ਭਾਵੇਂ ਜਿੰਨਾ ਮਰਜ਼ੀ ਕਹੇ ਕਿ 2022 ਤੱਕ 2024 ਤੱਕ ਆਮਦਨ ਦੁੱਗਣੀ ਕਰਨੀ ਹੈ, ਤਾਂ ਦੁੱਗਣੀ ਕਰਨ ਕੋਈ ਜਾਦੂ ਤਾਂ ਹੈ ਨਹੀਂ। ਦੁੱਗਣੀ ਕਰੋਗੇ, ਖੇਤੀਬਾੜੀ ਦੇ ਵਿੱਚ ਪੈਸਾ ਕਿੰਨਾ ਲਾਇਆ? ਜੇ ਮੈਂ ਪਬਲਿਕ ਇਨਵੈਸਟਮੈਂਟ ਦੀ ਗੱਲ ਕਰਾਂ, ਖੇਤੀਬਾੜੀ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਗਿਰਦੀ ਗਈ ਹੈ। ਹੁਣ ਪਬਲਿਕ ਇਨਵੈਸਟਮੈਂਟ ਖੇਤੀਬਾੜੀ 'ਚ ਕੀ ਹੈ? ਜਦੋਂ ਸਾਡੀ GDP ਦਾ 1970 'ਚ 7% ਖਰਚ ਹੁੰਦਾ ਹੈ ਖੇਤੀਬਾੜੀ 'ਤੇ, ਹੁਣ ਸਾਡੀ GDP ਦਾ 1.5% ਖਰਚ ਹੁੰਦਾ ਹੈ। ਤਾਂ 1.5% ਦਾ ਮਹਿਨਾ ਕੀ ਹੈ ਕਿ 100 ਰੁਪਏ 'ਚੋਂ 2 ਰੁਪਏ ਵੀ ਸਰਕਾਰ ਖੇਤੀਬਾੜੀ 'ਤੇ ਖਰਚ ਨਹੀਂ ਕਰਦੀ, ਤਾਂ ਆਮਦਨ ਕਿਸ ਤਰ੍ਹਾਂ ਦੁੱਗਣੀ ਹੋਏਗੀ? ਇਸ ਲਈ ਪਬਲਿਕ ਇਨਵੈਸਟਮੈਂਟ ਕਰਨੀ ਨਹੀਂ, ਤਾਂ ਹੋਰ ਇਨਫਰਾਸਟ੍ਰਕਚਰ ਕੀ ਕ੍ਰੀਏਟ ਕੀਤਾ ਹੈ? ਸਾਨੂੰ ਜਿਨਸਾਂ ਦੇ ਭਾਅ ਨਹੀਂ ਦੇ ਰਹੇ। ਦੂਜੇ ਪਾਸੇ ਲਾਗਤ ਕੀਮਤ ਹੈ ਜਿਹੜਾ ਮੇਨ ਹੈ। ਸਾਨੂੰ ਖਾਦ ਚਾਹੀਦੀ ਹੈ, ਸਾਨੂੰ ਕੀੜੇਮਾਰ ਦਵਾਈਆਂ ਚਾਹੀਦੀਆਂ ਨੇ, ਸਾਨੂੰ ਦੂਜੇ ਜਿਹੜੇ ਇਰੀਗੇਸ਼ਨ ਦਾ ਪ੍ਰਬੰਧ ਹੈ, ਸਾਨੂੰ ਬੀਜ ਚਾਹੀਦੇ ਨੇ, ਅੱਗੇ ਮਸ਼ੀਨਰੀ ਹੈ। ਤੁਸੀਂ ਸਟੱਡੀ ਕਰੋ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਹੁਣ ਤੱਕ ਉਹਨਾਂ ਦੀਆਂ ਕੀਮਤਾਂ ਉਦੋਂ ਕਿੰਨੀਆਂ ਸਨ, ਹੁਣ ਕੀਮਤਾਂ ਕਿੱਥੇ ਨੇ? ਉਹਨਾਂ ਦੀ ਕੀਮਤਾਂ 'ਚ ਕੋਈ ਰੋਕ ਨਹੀਂ ਲਾਉਂਦਾ, ਕਿਉਂਕਿ ਉਹ ਬਣਾਉਂਦਾ ਕੌਣ ਹੈ? ਬਣਾਉਂਦਾ ਕਾਰਖਾਨੇਦਾਰ ਹੈ। ਅਸੀਂ ਨਹੀਂ ਬਣਾਉਂਦੇ ਉਹਨਾਂ ਨੂੰ। ਜਿਹੜੀ ਕਿਸਾਨ ਪ੍ਰੋਡਿਊਸ ਕਰਦਾ ਹੈ, ਸਾਡੀ ਕੀਮਤ ਐਗਰੀਕਲਚਰ ਪ੍ਰਾਈਸ ਕਮਿਸ਼ਨ ਤੈਅ ਕਰਦਾ ਹੈ। ਉਹ ਹਰ ਵਾਰੀ 20 ਜਾਂ 30 ਰੁਪਏ ਵਾਧਾ ਕਰਦਾ ਹੈ। ਇਸ ਲਈ ਸਾਡਾ ਇਨਪੁੱਟ ਔਰ ਆਊਟਪੁੱਟ ਦੋਵਾਂ ਦੇ ਵਿੱਚ ਬੜਾ ਭਾਰੀ ਗੈਪ ਹੈ। ਸਰਕਾਰ ਇਸ ਨੂੰ ਵਧਾ ਰਹੀ ਹੈ, ਆਮਦਨ ਦੁੱਗਣੀ ਨਹੀਂ ਹੁੰਦੀ, ਆਮਦਨ ਸਲੈਸ਼ ਹੋ ਰਹੀ ਹੈ। ਕਿਸਾਨਾਂ ਦੀ ਆਮਦਨ ਉਲਟਾ ਘਟ ਰਹੀ ਹੈ ਇਸ ਦੇ ਵਿੱਚ। ਜਿੱਥੋਂ ਤੱਕ ਅੱਜ ਕਿਸਾਨੀ ਮਜਬੂਰ ਕਰਤੀ, ਤੁਸੀਂ ਗ੍ਰੀਨ ਰੈਵੋਲੂਸ਼ਨ ਦਾ ਬਾਰ-ਬਾਰ ਜ਼ਿਕਰ ਕਰ ਰਹੇ ਹੋ। ਹੁਣ ਤਾਂ ਬੁੱਧੀਜੀਵੀ ਤੇ ਕਿਸਾਨ ਵੀ ਇਸ ਗੱਲ ਤੇ ਆ ਗਏ ਨੇ ਕਿ ਵੀ ਜੋ ਕਿਸਾਨੀ ਦੀ ਬਰਬਾਦੀ ਦਾ ਮੁੱਢ ਬੰਨਿਆ, ਉਹ ਮੁੱਢ ਹਰੀ ਕ੍ਰਾਂਤੀ ਨਹੀਂ ਬੰਨਿਆ। ਉਹ ਉਦੋਂ ਸਾਡੇ ਪੈਸਟੀਸਾਈਡ ਆਇਆ, ਸਾਨੂੰ ਮਸ਼ੀਨਰੀਕਰਨ ਹੋਇਆ ਸਾਡਾ, ਤੇ ਉਸੇ ਦੇ ਚੱਲਦੇ ਹੋਇਆ ਸਾਡੀ ਜ਼ਰਖੇਜ਼ ਧਰਤੀ ਬਰਬਾਦ ਹੋਈ, ਸਾਡੇ ਸਰੀਰ ਬਰਬਾਦ ਹੋਏ। ਅੱਜ ਅਸੀਂ ਕੈਂਸਰਾਂ ਨਾਲ ਜੂਝ ਰਹੇ ਹਾਂ, ਬਿਮਾਰੀਆਂ ਨਾਲ, ਕਾਲੀ ਪੀਲੀ ਨਾਲ ਜੂਝ ਰਹੇ ਹਾਂ। ਇਹ ਸਭ ਹਰੀ ਕ੍ਰਾਂਤੀ ਦੀ ਹੀ ਦੇਣ ਹੈ, ਤੇ ਅੱਜ ਸਰਕਾਰਾਂ ਕਿਸਾਨਾਂ ਨੂੰ ਵਰਤ ਕੇ ਪਿੱਛੇ ਹਟ ਗਈਆਂ। ਨਹੀਂ, ਹਰੀ ਕ੍ਰਾਂਤੀ ਦਾ ਕੁਝ ਪੋਜ਼ਿਟਿਵ ਵੀ ਸੀ। ਜਦੋਂ 1967 ਦੇ ਵੀ ਗ੍ਰੀਨ ਰੈਵੋਲਿਊਸ਼ਨ ਸ਼ੁਰੂ ਹੋਇਆ, ਉਸ ਤੋਂ ਪਹਿਲਾਂ ਸਾਰੀ ਪੰਜਾਬ 'ਚ ਖੇਤੀ ਮਾਰੂ ਸੀ। ਮਸ਼ੀਨੀਕਰਨ ਉਦੋਂ ਹੋਇਆ, ਨਵੇਂ ਬੀਜ ਆਏ ਤੇ ਖਾਦਾਂ ਵੀ ਆਈਆਂ, ਦਵਾਈਆਂ ਵੀ ਆਈਆਂ। ਕੁਝ ਸਮਾਂ ਸੀ ਕਿਸਾਨਾਂ ਦੀ ਆਮਦਨ ਵਧੀ, ਪਰ ਕਿਉਂਕਿ ਲਾਗਤ ਖਰਚੇ ਇੰਨੇ ਸੀ, ਉਹਨਾਂ ਲਾਗਤ ਖਰਚੇ ਆ ਜਿਹੜੇ, ਉਹਨਾਂ ਦੀ ਕੀਮਤਾਂ 'ਤੇ ਸਰਕਾਰ ਨੇ ਰੋਕ ਨਹੀਂ ਲਾਈ। ਉਹ ਬੇਰੋਕ ਵਧਦੀਆਂ ਗਈਆਂ। ਜਿਹੜੀ ਉਲਟਾ ਅਸੀਂ ਪੈਦਾ ਕਰਦੇ ਸੀ, ਉਹਨਾਂ ਦੇ ਉੱਪਰ ਕਿਤੇ ਨਾ ਕਿਤੇ ਜਦੋਂ MSP 'ਚ ਵਾਧਾ ਕਰਨਾ ਹੁੰਦਾ ਸੀ, ਤਾਂ 20 ਜਾਂ 50 ਰੁਪਏ ਕਰਨਾ, ਉਹਦਾ ਤਰਕ ਇਹ ਦਿੰਦੇ ਸੀ ਵੀ ਸਰਕਾਰ ਨੂੰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਸਸਤਾ ਰਾਸ਼ਨ ਬਹੁਤ ਲੋਕਾਂ ਨੂੰ ਦੇਣਾ ਪੈਂਦਾ ਹੈ। ਇਸ ਲਈ ਜੇ ਜਿਨਸਾਂ ਦੇ ਭਾਅ
ਆਪਾਂ ਇਸ ਤਰ੍ਹਾਂ ਵਧਾ ਦਈਏ ਵੀ ਪ੍ਰਾਈਸ ਇੰਡੈਕਸ ਨੂੰ ਮੁੱਖ ਰੱਖ ਕੇ ਵਧਾ ਦਈਏ ਤਾਂ ਦੇਸ਼ ਦੇ ਲੋਕਾਂ ਨੂੰ ਬਹੁਤ ਮਹਿੰਗਾ ਅਨਾਜ ਮਿਲੇਗਾ। ਗਰੀਬ ਲੋਕ ਇੰਨਾ ਮਹਿੰਗਾ ਅਨਾਜ ਖਾ ਨਹੀਂ ਸਕਣਗੇ, ਮਹਿੰਗਾਈ ਵਧੇਗੀ। ਇਹ ਤਰਕ ਦਿੰਦੇ ਰਹੇ। ਇਹ ਤਰਕ ਦੇ ਸਦਕਾ ਉਹਨਾਂ ਦੀ ਆੜ ਦੇ ਵਿੱਚ ਸਾਡੀਆਂ ਜਿਹੜੀਆਂ ਜਿਣਸਾਂ ਦੇ ਭਾਅ ਜਾਮ ਕਰਕੇ ਰੱਖੇ, ਲਾਗਤ ਕਿਤਾਂ ਦੇ ਖਰਚੇ ਵਧਾਏ, ਤਾਂ ਹਰੇ ਇਨਕਲਾਬ ਨੇ ਗ੍ਰੈਜੂਅਲੀ ਫਿਰ ਇਸ ਤੋਂ ਬਾਅਦ ਇਹ ਉਸਦਾ ਨੈਗੇਟਿਵ ਰਿਜ਼ਲਟ ਸ਼ੁਰੂ ਹੋਇਆ। ਕਿਉਂਕਿ ਜ਼ਮੀਨਾਂ ਨੂੰ ਐਸਾ ਭਾੜਾ ਪਿਆ ਕਿ ਜਿਹੜੀ ਜ਼ਮੀਨਾਂ 'ਚ ਅਸੀਂ ਪਹਿਲਾਂ ਮਾਰੂ ਖੇਤੀ ਕਰਦੇ ਸੀ, ਚਾਹੇ ਸਾਡੇ ਕੋਲ ਟਿਊਬਵੈੱਲ ਵੀ ਨਹੀਂ ਸੀ, ਮਸ਼ੀਨਰੀ ਵੀ ਨਹੀਂ ਸੀ, ਉਦੋਂ ਵੀ ਕੁਝ ਨਾ ਕੁਝ, ਕਿਉਂਕਿ ਖਰਚੇ ਬੜੇ ਘੱਟ ਸੀ, ਕਿਸਾਨ ਦੇ ਪੱਲੇ ਪੈਸੇ ਪੈ ਜਾਂਦੇ ਸੀ। ਜਦੋਂ ਗ੍ਰੀਨ ਰੈਵੋਲਿਊਸ਼ਨ ਆਇਆ, ਉਹਨੇ ਪ੍ਰੋਡਕਸ਼ਨ ਇੱਕਦਮ ਵਧਾਈ, ਖਰਚੇ ਇੱਕਦਮ ਵਧੇ, ਪਰ ਮੁਕਾਬਲੇ 'ਤੇ ਸਾਡੇ ਭਾਅ ਨਹੀਂ ਵਧੇ। ਇਸ ਕਰਕੇ ਫਿਰ ਲੰਬੇ ਸਮੇਂ ਦੇ ਵਿੱਚ 2000 ਤੱਕ ਮੈਂ ਕਹਿੰਦਾ ਕ੍ਰਾਈਸਿਸ 2000 'ਚ ਬਹੁਤ ਡੀਪ ਹੋਇਆ, ਜਦ ਕਿ ਪਾੜਾ ਇੰਨਾ ਜ਼ਿਆਦਾ ਵੱਧ ਗਿਆ, ਕਈ ਟਾਈਮਸ ਜਿਹੜੀਆਂ ਲਾਗਤ ਕੀਮਤਾਂ ਦੇ ਜਿਹੜੇ ਭਾਅ ਵਧ ਗਏ, ਉਸ ਰੇਸ਼ੋ ਨਾਲ ਦੂਜੇ ਵਧੇ ਨਹੀਂ। ਉਹ ਇੰਨੇ ਗੈਪ ਨੇ ਤਾਂ ਆਮਦਨਾਂ ਬਿਲਕੁਲ ਘਟਾ ਦੀਆਂ, ਕਿਸਾਨਾਂ ਸਿਰ ਕਰਜ਼ੇ ਜਿਹੜੇ ਵਧਣੇ ਸ਼ੁਰੂ ਹੋ ਗਏ, ਕਿਸਾਨ ਖੁਦਕੁਸ਼ੀਆਂ ਕਰਨ ਲੱਗ ਗਏ। ਤਾਂ ਗ੍ਰੀਨ ਰੈਵੋਲਿਊਸ਼ਨ ਹੈ ਜਿੱਥੇ ਇਨਵਾਇਰਨਮੈਂਟ ਨੂੰ ਵੀ ਖਰਾਬ ਕੀਤਾ, ਸਾਡੀ ਜ਼ਮੀਨ ਨੂੰ ਵੀ ਖਰਾਬ ਕੀਤਾ। ਸਾਡੀ ਜ਼ਮੀਨ ਨੂੰ ਇਹਨਾਂ ਜਿਹੜੇ ਰਸਾਇਣਿਕ ਪਦਾਰਥ ਸੀ ਉਹਨਾਂ ਦੇ ਵਿੱਚ ਜਿਹੜਾ ਕਿਸਮ ਵੀ ਜ਼ਮੀਨ ਦੀ ਖਰਾਬ ਹੋਈ। ਜ਼ਮੀਨ ਦੇ ਹੇਠਲਾ ਪਾਣੀ ਲਗਾਤਾਰ ਜਿਹੜਾ ਝੋਨੇ ਦੀ ਕਾਸ਼ਤ ਹੈ ਉਹਨੇ ਵੀ ਡਿਪਲੀਟ ਕੀਤਾ। ਚਾਹੀਦਾ ਤਾਂ ਸਰਕਾਰ ਨੂੰ ਇਹ ਸੀ ਵੀ ਸਾਰੀ ਜਿਹੜੀ ਕਨਾਲ ਇਰੀਗੇਸ਼ਨ ਹੁੰਦੀ, ਕੋਈ ਕਨਾਲ ਵਾਟਰ ਦਾ ਘਾਟਾ ਨਹੀਂ ਹੈ, ਬਾਰਿਸ਼ਾਂ ਹੁੰਦੀਆਂ ਨੇ, ਫਲੱਡ ਦਾ ਪਾਣੀ ਭੱਜ ਜਾਂਦਾ, ਸਮੁੰਦਰ 'ਚ ਗਿਰ ਜਾਂਦਾ। ਸਰਕਾਰ ਜਮ੍ਹਾਂ ਹੀ ਨਹੀਂ ਕਰਦੀ ਹੈ ਪਾਣੀ ਨੂੰ। ਸਾਰੀ ਜ਼ਮੀਨ ਨੂੰ ਜੇ ਤੁਸੀਂ ਕਨਾਲ ਇਰੀਗੇਟਡ ਕਰੋ ਤਾਂ ਜ਼ਮੀਨ ਦਾ ਪਾਣੀ ਖਿੱਚਣ ਦੀ ਲੋੜ ਨਹੀਂ। ਜ਼ਮੀਨ ਦਾ ਪਾਣੀ ਦਾ ਕਿਤੇ ਨਾ ਕਿਤੇ ਸਾਲਟ ਹੀ ਹੈ, ਸਾਡੀ ਫਸਲਾਂ ਨੂੰ ਖਰਾਬ ਕਰਦਾ ਹੈ। ਇਸ ਲਈ ਸਰਕਾਰ ਇਸ ਤਰਕ ਦੇ ਵਿੱਚ ਵੀ ਝੋਨਾ ਲਾ ਰਿਹਾ, ਜ਼ਮੀਨ ਦਾ ਪਾਣੀ ਖਿੱਚਿਆ ਜਾਂਦਾ, ਥੱਲੇ ਜਾਂਦਾ, ਇਹ ਤਰਕ ਗਲਤ ਹੈ। ਸਰਕਾਰ ਕਨਾਲ ਇਰੀਗੇਟ ਕਰੇ, ਫਲੱਡ ਵਾਟਰ ਦਾ ਜਿਹੜਾ ਉਹਨੂੰ ਰੋਕੇ, ਰੀਚਾਰਜ ਕਰੇ ਉਸ ਨੂੰ, ਔਰ ਜਿਹੜੀ ਲਾਗਤ ਖਰਚੇ ਨੇ ਉਹਨਾਂ ਨੂੰ ਘਟਾਏ। ਕਿਸਾਨਾਂ ਦੀ ਜਿਹੜੀਆਂ ਜਿਣਸਾਂ ਨੇ ਉਹਨਾਂ ਦੇ ਭਾਅ ਡਾਕਟਰ ਸਵਾਮੀਨਾਥਨ ਦੀ ਸਿਫਾਰਿਸ਼ਾਂ ਉਹਨਾਂ ਨੂੰ ਦੇਵੇ। ਤਾਂ ਗ੍ਰੀਨ ਰੈਵੋਲਿਊਸ਼ਨ ਉਸ ਨੇ ਜਿੱਥੇ ਹਾਂ ਪੱਖੀ ਸੀ ਕਿ ਸਾਡੇ ਦੇਸ਼ ਨੂੰ ਅਨਾਜ ਦੇ ਉੱਪਰ ਆਤਮ ਨਿਰਭਰ ਬਣਾਇਆ। ਇਹ ਪੰਜਾਬ ਤੇ ਹਰਿਆਣਾ ਸੂਬਾ ਸੀ ਜਿਹੜਾ 40% ਅਸੀਂ ਕਣਕ ਦੇ ਵਿੱਚ, 50% ਝੋਨੇ ਦੇ ਵਿੱਚ ਅਸੀਂ ਕੇਂਦਰੀ ਪੂਲ 'ਚ ਪਾਉਂਦੇ ਸੀ। ਕੋਈ ਸਮਾਂ ਸੀ ਜਦੋਂ ਸਰਕਾਰ PL 480 ਦੇ ਵਿੱਚ ਅਨਾਜ ਮੰਗਣ ਅਮਰੀਕਾ ਜਾਂਦੀ ਸੀ, ਪਰ ਇਹ ਕਿਸਾਨਾਂ ਦੀ ਮਿਹਨਤ ਕਰਕੇ ਅਨਾਜ ਮੰਗਣੋਂ ਤਾਂ ਸਰਕਾਰ ਹਟਾਈ ਨਾ, ਆਤਮ ਨਿਰਭਰ ਬਣਿਆ। ਪਰ ਜਿਨ੍ਹਾਂ ਅੰਨਦਾਤੇ ਨੇ ਬਣਾਇਆ, ਅੱਜ ਉਹਦੀ ਅੰਨਦਾਤੇ ਦੀ ਹਾਲਤ ਬਹੁਤ ਖਰਾਬ ਹੈ, ਉਹਦੇ ਸਿਰ ਦੇ ਉੱਪਰ ਕਰਜ਼ੇ ਨੇ, ਉਹ ਖੁਦਕੁਸ਼ੀਆਂ ਕਰ ਰਿਹਾ। ਇੱਕ ਹੋਰ ਸਵਾਲ ਹੈ ਇਹਨੂੰ ਲੈ ਕੇ ਕਿ ਜੋ ਕਿਸਾਨਾਂ ਵੱਲੋਂ ਇਹ ਅੰਦੋਲਨ ਲੜਾਇਆ ਜਾ ਰਿਹਾ, ਇਹਦੇ ਵਿੱਚ ਗੇਨ ਕਰਨ ਨੂੰ ਤਾਂ ਕੁਝ ਹੈ ਨਹੀਂ। ਇਹਦੇ ਵਿੱਚ ਇਹ ਗੱਲ ਹੈ ਕਿ ਸਰਕਾਰ ਨਾਲ ਲੜਾਈ ਇਸ ਗੱਲ ਦੀ ਹੈ ਕਿ ਜੋ ਸਾਡੇ ਕੋਲ ਹੈ ਉਹ ਸਾਡੇ ਕੋਲ ਰਹਿਣ ਦਿਓ। ਹਾਲਾਂਕਿ ਕਿਸਾਨ ਮੰਗਾਂ ਤਾਂ ਲੈ ਕੇ ਬੈਠੇ ਨਹੀਂ, ਕੋਈ ਤੁਸੀਂ ਕਰਜ਼ਾ ਮਾਫ ਕਰ ਦਿਓ, ਤੁਸੀਂ ਫਸਲਾਂ ਦਾ ਰੇਟ ਵਧਾ ਦਿਓ। ਇਹ ਸਿਰਫ ਅੰਦੋਲਨ ਇਸ ਗੱਲ ਲਈ ਹੈ, ਤੁਸੀਂ ਵੀ ਸਹਿਮਤ ਹੋਗੇ ਕਿ ਯਾਰ ਜੋ ਸਾਨੂੰ MSP ਮਿਲਦੀ ਹੈ ਤੁਸੀਂ ਉਹ ਨਾ ਸਾਡੇ ਕੋਲੋਂ ਖੋਵੋ। ਅਤੇ ਦੂਜੀ ਗੱਲ, ਆਪਾਂ ਇਸ ਅੰਦੋਲਨ ਤੋਂ ਇੱਕ ਸਟੈਪ ਹੋਰ ਅੱਗੇ ਵੱਧ ਕੇ ਗੱਲ ਕਰਦੇ ਹਾਂ ਕਿ ਜੇਕਰ ਜਦੋਂ ਇਹ ਅੰਦੋਲਨ ਸਮਾਪਤ ਹੋ ਗਿਆ, ਖੇਤੀ ਕਾਨੂੰਨ ਵਾਪਸ ਹੋ ਗਏ, ਉਸ ਤੋਂ ਜਦੋਂ ਵਾਪਸ ਮੁੜ ਕੇ ਆਪਾਂ ਪੰਜਾਬ ਵੱਲ ਆਉਂਦੇ ਹਾਂ, ਪੰਜਾਬ ਦੇ ਵਿੱਚ ਅੱਜ ਵੀ ਤੁਸੀਂ ਬਰਨਾਲਾ, ਸੰਗਰੂਰ, ਬਠਿੰਡਾ ਖੁਦਕੁਸ਼ੀਆਂ ਆਮ ਦੇਖ ਸਕਦੇ ਹੋ। ਇੱਕ ਘਰ ਦੇ ਵਿੱਚ 3-3 ਪੀੜ੍ਹੀਆਂ ਕਿਸਾਨੀ ਦੀਆਂ ਖੁਦਕੁਸ਼ੀ ਕਰ ਗਏ। ਹੁਣ ਕਮਾਉਣ ਵਾਲਾ ਕੋਈ ਨਹੀਂ ਬਚਿਆ। ਉਸ ਤੋਂ ਬਾਅਦ ਖੇਤੀ ਦੀ ਜੋ ਤਰਸਯੋਗ ਹਾਲਤ ਹੈ ਉਹ ਬਿਹਤਰ ਕਿਵੇਂ ਹੋ ਸਕਦੀ ਹੈ? ਦੇਖੋ, ਇਸ ਲਈ ਇਸ ਅੰਦੋਲਨ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਹੋਣੀਆਂ। ਪਹਿਲਾਂ ਤਾਂ ਇਹ 3 ਕਾਨੂੰਨ ਰੱਦ ਹੁੰਦੇ ਨੇ। ਘੱਟੋ ਘੱਟ ਸਾਡੀ ਜ਼ਮੀਨਾਂ ਬਚਣਗੀਆਂ, ਖੇਤੀਬਾੜੀ ਬਚੂਗੀ, ਕਿਸਾਨ ਬਚੇਗਾ, ਔਰ ਉਹਦੇ ਨਾਲ ਮੈਂ ਕਹਾਂਗਾ ਦੇਸ਼ ਬਚੇਗਾ। ਤਾਂ ਜਿੰਨੀਆਂ ਲੋਕ ਜਾ ਰਹੇ ਨੇ, ਖੁਦਕੁਸ਼ੀਆਂ ਹੋ ਰਹੀਆਂ ਨੇ, ਆਖਰਕਾਰ ਇਹਨਾਂ ਜ਼ਮੀਨਾਂ ਨੇ ਹੀ ਰੁਜ਼ਗਾਰ ਦੇਣਾ ਤੁਹਾਨੂੰ। ਇਹਨਾਂ ਜ਼ਮੀਨਾਂ ਤੋਂ ਇਹਨਾਂ ਲੋਕਾਂ ਨੇ ਆਪਣਾ ਜਿਹੜਾ ਜਨ ਜੀਵਨ ਹੈ, ਪੁਸਤਾਂ ਦਰ ਪੁਸਤਾਂ ਉਸ ਦੇ ਉੱਪਰ ਪਲੇ ਨੇ। ਸੋ ਇਹ ਜ਼ਮੀਨਾਂ ਨੇ ਹੀ ਤੁਹਾਨੂੰ ਅਲਟੀਮੇਟਲੀ ਪ੍ਰਫੁੱਲਤ ਕਰਨਾ ਹੈ। ਸਾਡਾ ਦੇਸ਼ ਇੰਡਸਟਰੀਅਲ ਦੇਸ਼ ਨਹੀਂ ਹੈ, ਬਾਹਰਲੇ ਦੇਸ਼ ਤਾਂ ਕਾਰਖਾਨੇ ਦੇ ਸਿਰ ਦੇ ਉੱਪਰ ਹੈ। ਤਾਂ ਸਾਡਾ ਦੇਸ਼ ਅਜੇ ਵੀ ਐਗਰੀਕਲਚਰ ਬੇਸਡ ਹੈ, ਜਿਹਨੂੰ ਅਗਰੇਰੀਅਨ ਇਕੋਨੋਮੀ ਕਿਹਾ ਜਾਂਦਾ ਹੈ। ਸੋ ਇਹ ਜ਼ਮੀਨ ਦੀ ਜਿਹੜੀ ਮੁੱਖ ਲੜਾਈ ਹੈ, ਧਰਤੀ ਦੀ ਮੁੱਖ ਲੜਾਈ ਹੈ। ਧਰਤੀ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਅਨਾਜ ਵੀ ਪੈਦਾ ਕਰਨਾ ਹੈ, ਇਹਨੇ ਰੁਜ਼ਗਾਰ ਵੀ ਦੇਣਾ ਹੈ। ਇਹਦੇ ਅੰਦਰ ਬੜੇ ਖਣਿਜ ਪਦਾਰਥ ਨੇ, ਬਹੁਤ ਮਹਿੰਗੇ ਤੋਂ ਮਹਿੰਗੇ। ਅੱਜ ਕਾਰਪੋਰੇਟ ਸੈਕਟਰ ਕਿਉਂ ਪਿੱਛੇ ਇਸਦੇ ਪਿਆ? ਤੁਸੀਂ ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਵੈਸਟ ਬੰਗਾਲ ਇਹ ਜਾ ਕੇ ਦੇਖੋ, ਜਿਹੜੇ ਆਦੀਵਾਸੀ ਨੇ ਅੱਜ ਵੀ ਉਹ ਜਲ, ਜੰਗਲ ਔਰ ਜ਼ਮੀਨ ਇਹਦੀ ਲੜਾਈ ਲੜ ਰਹੇ ਨੇ, ਕਿਉਂਕਿ ਉਹਨਾਂ ਕੋਲ ਜਾਂ ਜੰਗਲ ਹੈ ਜਾਂ ਜ਼ਮੀਨ ਹੈ ਥੱਲੇ। ਅੱਜ ਕਾਰਪੋਰੇਟ ਸੈਕਟਰ ਉਹਨੂੰ ਉਜਾੜ ਰਿਹਾ ਉੱਥੋਂ,
ਕਿਉਂਕਿ ਉਹ ਜ਼ਮੀਨ ਤੇ ਕਬਜ਼ਾ ਕਰਨਾ ਹੈ, ਉਹਨਾਂ ਦੇ ਰਿਸੋਰਸਸ ਤੇ ਕਬਜ਼ਾ ਕਰਨਾ ਜਿਹੜਾ ਮਹਿੰਗੇ ਨੇ, ਔਰ ਉਹਨਾਂ ਨੂੰ ਜਿਹੜੇ ਲੜਦੇ ਨੇ ਉਹਨਾਂ ਨੂੰ ਭਾਂਤ ਦੇ ਕਦੇ ਮਾਓਇਸਟ ਕਹਿਣਾ, ਕਦੇ ਹੋਰ ਕਹਿਣਾ। ਇਸ ਲਈ ਪੰਜਾਬ ਦੇ ਵੀ ਅੱਜ ਪਿੱਛੇ ਪਿਆ ਹੋਇਆ। ਜੇ ਪੰਜਾਬ ਅੱਜ ਉਸ ਦੀ ਧਰਤੀ 'ਚ ਜ਼ਮੀਨ ਦੀ ਰਾਖੀ ਕਰ ਰਿਹਾ, ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਕੋਈ ਉਮੀਦ ਨਹੀਂ, ਸਰਕਾਰਾਂ ਨੇ ਸਾਨੂੰ ਕਾਰਖਾਨੇ 'ਚ ਰੁਜ਼ਗਾਰ ਨਹੀਂ ਦੇਣਾ, ਸਰਕਾਰਾਂ ਨੇ ਕਿਤੇ ਹੋਰ ਰੁਜ਼ਗਾਰ ਨਹੀਂ ਦੇਣਾ। ਜੇ ਪੰਜਾਬ 'ਚ ਹੁੰਦਾ ਤਾਂ ਪੰਜਾਬ ਤੋਂ ਇੰਨੇ ਪੜ੍ਹੇ ਲਿਖੇ ਲੋਕ +2 ਕਰਕੇ ਆਈਲੈਟਸ ਕਰਕੇ ਉਹ ਕੈਨੇਡਾ, ਅਮਰੀਕਾ, ਇੰਗਲੈਂਡ ਕਿਉਂ ਭੱਜਣੇ ਇੱਥੋਂ? ਇਹ ਜੇ ਤੁਸੀਂ ਉਹ ਇਸ ਜ਼ਮੀਨ ਦੇ ਉੱਪਰ ਕੋਈ ਆਪਣਾ ਅੱਗੇ ਵਧੂ ਖੇਤੀ ਕਰਕੇ, ਕੰਮ ਕਰਕੇ, ਰੁਜ਼ਗਾਰ ਕਰਕੇ ਜੇ ਆਪਣਾ ਤੋੜ ਸਕਦੇ ਨੇ, ਤਾਂ ਜ਼ਮੀਨਾਂ ਨੂੰ ਵੀ ਅਜੇ ਤੁਸੀਂ ਇਹਨਾਂ ਕਾਨੂੰਨਾਂ ਤਹਿਤ ਕਬਜ਼ੇ ਕਰਕੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਹੈ, ਤਾਂ ਬਾਹਰ ਜਾਣ ਤੋਂ ਇਲਾਵਾ ਗੁਜ਼ਾਰਾ ਵੀ ਕੀ ਹੈ? ਬਾਹਰ ਜਾ ਕੇ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਹੈ। ਤਾਂ ਮੈਂ ਕਹਿੰਦਾ ਇਹ ਪੰਜਾਬ ਦੀ ਬਰਬਾਦੀ ਹੈ, ਆਉਣ ਵਾਲੀ ਨਸਲਾਂ ਦੀ ਬਰਬਾਦੀ ਹੈ। ਪੰਗੂ ਸਾਹਿਬ, ਇੱਕ ਮੇਰਾ ਆਖਰੀ ਸਵਾਲ ਕਿ ਜੋ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦੇ ਨਾਲ ਪੇਚ ਫਸਿਆ ਹੋਇਆ ਕਣਕ ਦੀ ਫਸਲ ਦੀ ਅਦਾਇਗੀ ਨੂੰ ਲੈ ਕੇ, ਸੈਂਟਰ ਸਰਕਾਰ ਕਹਿੰਦਾ ਕਿ ਅਸੀਂ ਸਿੱਧੀ ਅਦਾਇਗੀ ਲਈ ਵਚਨਬੱਧ ਹਾਂ ਤੇ ਕਰਾਂਗੇ। ਦੂਜੇ ਪਾਸੇ ਪੰਜਾਬ ਸਰਕਾਰ ਨੂੰ ਉਹਨੇ ਸਖਤ ਤਾੜਨਾ ਵੀ ਕੀਤੀ ਹੈ ਕਿ ਤੁਸੀਂ ਸਿੱਧੀ ਅਦਾਇਗੀ ਕਰੋ। ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਦੇਖੋ, ਇਸ ਮੌਕੇ ਜਦੋਂ ਉਹਨਾਂ ਨੇ ਆਦੇਸ਼ ਜਾਰੀ ਕੀਤਾ, ਇਸ ਮੌਕੇ ਅੰਦੋਲਨ ਨੂੰ ਮੁੱਖ ਰੱਖ ਕੇ ਕੀਤਾ। ਉਹ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਉਹ ਪੰਜਾਬ ਦੇ ਜੋ ਲੋਕ ਲੈ ਕੇ ਮਜ਼ਦੂਰ ਤੋਂ ਵਪਾਰੀ ਤੱਕ, ਆੜ੍ਹਤੀ ਤੱਕ, ਜਿਹੜੇ ਬਿਲਕੁਲ ਅੱਜ ਯੂਨਾਈਟਡ ਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ, ਕਿਉਂਕਿ ਆੜ੍ਹਤੀ ਵੀ ਸਮਝਦਾ ਹੈ ਜੇ ਸਰਕਾਰੀ ਮੰਡੀਆਂ ਨਾ ਰਹੀਆਂ ਤਾਂ ਆੜ੍ਹਤੀ ਵੀ ਖਤਮ ਹੋ ਗਏ, ਮਜ਼ਦੂਰ ਵੀ ਖਤਮ ਹੋ ਗਏ। ਇਸ ਲਈ ਐਡਾ ਵੱਡਾ ਜਿਹੜਾ ਏਕਾ ਬਣਿਆ ਬੇਮਿਸਾਲ, ਸਰਕਾਰ ਇਸ ਨੂੰ ਤੋੜਨਾ ਚਾਹੁੰਦੀ ਹੈ। ਕਿਤੇ ਨਾ ਕਿਤੇ ਕਿਸਾਨਾਂ ਦੇ, ਆੜ੍ਹਤੀਆਂ ਦੇ ਆਪਸ 'ਚ ਰਿਲੇਸ਼ਨ ਖਰਾਬ ਕਰਕੇ ਡਾਇਰੈਕਟ ਪੇਮੈਂਟ ਦੇ ਨਾਂ 'ਤੇ, ਡਾਇਰੈਕਟ ਪੇਮੈਂਟ ਤੋਂ ਪ੍ਰਿੰਸੀਪਲੀ ਕੋਈ ਇਨਕਾਰ ਨਹੀਂ ਕਰਦਾ, ਪਰ ਇਹ ਅਨਟਾਈਮਲੀ ਹੈ। ਦੂਜਾ ਇਹ ਹੈ ਵੀ ਡਾਇਰੈਕਟ ਪੇਮੈਂਟ ਤੁਸੀਂ ਜਮ੍ਹਾਂਬੰਦੀ ਦੀ ਸ਼ਰਤ ਲਾਈ ਹੈ। ਹੁਣ ਜਮ੍ਹਾਂਬੰਦੀਆਂ ਜੇ ਆਪਾਂ ਦਈਏ, ਉਹਨਾਂ ਨੇ ਕਰਨਾ ਵੀ ਕਿਸ ਦੀ ਕਿੰਨੀ ਓਨਰਸ਼ਿਪ ਹੈ, ਮਾਲਕੀ ਹੈ, ਉਸ ਦੇ ਆਧਾਰ 'ਤੇ ਨੂੰ ਪੇਮੈਂਟ ਕਰਨਗੇ। ਸਾਡੇ ਤਾਂ ਜੇ ਪਾਰਟੀਸ਼ਨ ਹੀ ਹੋਈ, 4-4 5-5 ਪੁੱਛਦੇ ਨੇ, ਜਮ੍ਹਾਂਬੰਦੀਆਂ ਸਾਂਝੀਆਂ ਨੇ, ਐਡੀ ਵੱਡੀ ਜਮ੍ਹਾਂਬੰਦੀਆਂ, ਉਹਨਾਂ ਦੇ ਵਿੱਚੋਂ ਇਹ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਮੇਰੀ ਮਾਲਕੀ ਕਿੰਨੀ ਹੈ, ਉਹਨਾਂ ਦੀ ਮਾਲਕੀ ਕਿੰਨੀ ਹੈ, ਕੱਢਣੀ ਬੜੀ ਔਖੀ ਹੈ। ਦੂਜਾ ਸਵਾਲ ਇਸ ਦੇ ਵਿੱਚ ਇਹ ਹੈ ਕਿ ਪੰਜਾਬ ਦੀ 50% ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਠੇਕੇ ਦੇ ਉੱਪਰ ਹੈ। ਇਸ ਲਈ ਜ਼ਮੀਨਾਂ ਦੇ ਮਾਲਕ ਜਾਂ ਸ਼ਹਿਰਾਂ 'ਚ ਰਹਿੰਦੇ ਨੇ ਜਾਂ ਬਹੁਤੇ ਵਿਦੇਸ਼ਾਂ 'ਚ ਵੀ ਰਹਿੰਦੇ ਨੇ। ਇਸ ਲਈ ਜੇ ਜਮ੍ਹਾਂਬੰਦੀਆਂ ਲੈ ਕੇ ਡਾਇਰੈਕਟ ਪੇਮੈਂਟ ਦੇ ਨਾਂ 'ਤੇ ਪੇਮੈਂਟ ਉਹਨਾਂ ਦੇ ਖਾਤਿਆਂ 'ਚ ਚਲੀ ਗਈ, ਜਿਹੜੇ ਵਿਚਾਰੇ ਹੱਡ ਭੰਨਵੀਂ ਕਮਾਈ ਕਰਦੇ ਆ, ਸਾਰੀ ਪਰਿਵਾਰ ਲੱਗੇ ਹੋਏ ਨੇ ਕਾਸ਼ਤ ਕਰਨ ਲਈ, ਤਾਂ ਉਹਨਾਂ ਦੇ ਪੱਲੇ ਕਿਹੜਾ ਪੈਸਾ ਪਏਗਾ? ਉਹਨਾਂ ਦੇ ਪੱਲੇ ਤਾਂ ਕੁਝ ਨਹੀਂ ਪਏਗਾ। ਜਿਹੜੇ ਮਾਲਕ ਦੇ ਖਾਤੇ 'ਚ ਪੈਸੇ ਚਲੇ ਗਏ, ਉਹਨੇ ਮਹੀਨੇ ਬਾਅਦ ਦੇਣੇ ਆ, 2 ਮਹੀਨੇ ਬਾਅਦ ਦੇਣੇ ਆ, ਇੰਸਟਾਲਮੈਂਟ 'ਚ ਦੇਣੇ ਆ, ਤਾਂ ਇਹ ਮਾਰ ਉਹਨਾਂ ਲੋਕਾਂ ਦੇ ਉੱਪਰ ਪਏਗੀ। ਇਸ ਲਈ ਲੋਕਾਂ ਨੂੰ ਆਪਸ 'ਚ ਲੜਾਉਣ ਦਾ, ਕਲਟੀਵੇਟਰਸ ਦੇ ਵੀ ਖਿਲਾਫ ਹੈ। ਇਸ ਸਮੇਂ ਇਸ ਕਿਸਮ ਦੇ ਆਦੇਸ਼ ਜਾਰੀ ਕਰਨੇ, ਇਹ ਵੱਡੇ ਮੋਰਚੇ ਨੂੰ, ਜਿਹੜਾ ਇੱਕ ਜਨ ਅੰਦੋਲਨ ਹੈ, ਇਸ ਨੂੰ ਫੇਲ ਕਰਨਾ, ਸਾਬੋਤਾਜ ਕਰਨਾ, ਲੋਕਾਂ ਨੂੰ ਡਿਵਾਈਡ ਕਰਨਾ, ਲੋਕਾਂ ਨੂੰ ਲੜਾਉਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਇਸ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ। ਇਹ ਸਾਰੀਆਂ ਹਦਾਇਤਾਂ ਜਿਹੜੀਆਂ ਕਿਸਾਨ ਵਿਰੋਧੀ ਨੇ, ਲੋਕ ਵਿਰੋਧੀ ਨੇ, ਅਸੀਂ ਮੰਗ ਕਰਦੇ ਹਾਂ ਫੌਰੀ ਵਾਪਸ ਲੈਣੀਆਂ ਚਾਹੀਦੀਆਂ ਨੇ। ਸੋ ਪੰਗੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਜੀ ਸਾਡੇ ਨਾਲ ਜੁੜੇ, ਤੁਹਾਡਾ ਧੰਨਵਾਦ ਕਰਦੇ ਹਾਂ। ਦਰਸ਼ਕੋ, ਇਹ ਸਨ ਸਾਡੇ ਨਾਲ ਪ੍ਰੇਮ ਸਿੰਘ ਭੰਗੂ, ਹਾਈ ਕੋਰਟ ਦੇ ਸੀਨੀਅਰ ਵਕੀਲ ਨੇ। ਤੱਥਾਂ ਦੇ ਆਧਾਰ 'ਤੇ ਇਹਨਾਂ ਨੇ ਗੱਲਾਂ ਕੀਤੀਆਂ, ਅੰਦੋਲਨ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ, ਅਤੇ ਇਹਨਾਂ ਦੱਸਿਆ ਕਿ ਕੇਂਦਰ ਸਰਕਾਰ ਦਾ ਇਹ ਪੈਂਤੜਾ ਜੋ ਅੱਜ ਕੱਲ੍ਹ ਚਰਚਾ ਦੇ ਵਿੱਚ ਹੈ, ਪੰਜਾਬ ਸਰਕਾਰ ਨਾਲ ਪੇਚ ਫਸਿਆ ਹੋਇਆ। ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਕਣਕ ਦੀ ਸਿੱਧੀ ਅਦਾਇਗੀ ਕਰਾਂਗੇ, ਦੂਜੇ ਪਾਸੇ ਪੰਜਾਬ ਸਰਕਾਰ ਇਸ ਫਾਰਮੂਲੇ ਲਾਗੂ ਨਹੀਂ ਕਰਦੀ। ਆੜ੍ਹਤੀ ਐਸੋਸੀਏਸ਼ਨ ਵੀ ਇਸ ਨੂੰ ਲੈ ਕੇ ਗੱਲੋਂ ਦੁਖੀ ਹੈ ਕਿ ਅਸੀਂ ਸੰਘਰਸ਼ ਵਿੱਢ ਦੇਵਾਂਗੇ ਜੇਕਰ ਸਰਕਾਰ ਆਪਣੇ ਇਸ ਫੈਸਲੇ ਤੋਂ ਵਾਪਸ ਨਹੀਂ ਮੁੜਦੀ। ਲਗਾਤਾਰ ਕਿਸਾਨੀ ਮਸਲੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜੋ ਹੋਰ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ 'ਤੇ। ਕੈਮਰਾਮੈਨ ਗੁਰਵੀਰ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ, ਪਟਿਆਲਾ।